ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਗਤ ਬੇਣੀ ਜੀ। ਗੁਰਮੁਖ ਬੇਣੀ ਭਗਤ ਕਰ, ਜਾਏ ਅਕਾਂਤ ਬਹਿ ਲਿਵ ਲਾਵੈ। ਕਰਮ ਕਰੈ ਅਧਿਆਤਮੀ, ਹੋਰਸ ਕਿਸੈ ਨ ਅਲਖ ਲਖਾਵੈ। ਘਰ ਆਇਆ ਜਾਂ ਪੁੱਛੀਐ, ਰਾਜ ਦੁਆਰ ਗਿਆ ਆਲਾਵੈ। ਘਰ ਸਭ ਵਥੂ ਮੰਗੀਆਂ, ਵਲ ਛਲ ਕਰਕੇ ਝੱਥ ਲੰਘਾਵੈ। ਵੱਡਾ ਸਾਂਗ ਵਰਤਦਾ, ਉਹ ਇੱਕ ਮਨ ਪਰਮੇਸ਼ਰ ਧਿਆਵੈ। ਪੈਜ ਸਵਾਰੈ ਭਗਤ ਦੀ, ਰਾਜਾ ਹੋਇ ਕੈ ਘਰ ਚੱਲ ਆਵੈ। ਦੇ ਦਿਲਾਸਾ ਤੁਸ ਕੈ, ਅਣਗਣਤੀ ਖਰਚੀ ਪਹੁੰਚਾਵੈ। ਉਥੋਂ ਆਇਆ ਭਗਤ ਪਾਸ, ਹੋਏ ਦਇਆਲ ਹੇਤ ਉਪਜਾਵੈ। ਭਗਤ ਜਨਾ ਜੈਕਾਰ ਕਰਾਵੈ। ਭਗਤ ਜਨਾ ਜੈਕਾਰ ਕਰਾਵੈ। ਭਾਈ ਗੁਰਦਾਸ ਜੀ 10ਵੀਂ ਵਾਰ ਦੀ ਇਸ 14ਵੀਂ ਪੌੜੀ ਵਿੱਚ ਭਗਤ ਬੇਣੀ ਜੀ ਦੇ ਜੀਵਨ ਪ੍ਰਥਾਏ ਹਵਾਲਾ ਦਿੰਦੇ ਨੇ ਕਿ ਗੁਰਮੁਖ ਬੇਣੀ ਨਾਮੇ ਭਗਤ ਇਕਾਂਤ ਜਗ੍ਹਾ ਬੈਠ ਕੇ ਸਮਾਧੀ ਲਾਇਆ ਕਰਦੇ ਸਨ। ਨਿਸ਼ਕਾਮ ਕਰਮ ਕਰਕੇ ਹੋਰ ਕਿਸੇ ਨੂੰ ਅਲਖ ਕਰਮ ਲਿਖਾਵਦਾ ਨਹੀਂ, ਭਾਵ ਆਪ ਨੂੰ ਕਰਮਾਂ ਦਾ ਅਭਿਮਾਨੀ ਨਹੀਂ ਮੰਨਦਾ ਸੀ। ਇਹ ਜਾਣ ਕੇ ਕਿ ਕਰਨ ਕਰਾਵਣ ਆਪੇ ਆਪ, ਸੋ ਕੀਤੇ ਜਾਣ ਵਾਲੇ ਕਰਮਾਂ ਦਾ ਕੋਈ ਹੰਕਾਰ ਨਹੀਂ ਸੀ ਕਰਦਾ। ਜਦ ਘਰ ਆਇਆ ਹੋਇਆਂ ਨੂੰ ਲੋਕ ਪੁੱਛਣ, ਤਦ ਆਖੇ ਕਿ ਰਾਜ ਦੁਆਰੇ ਗਿਆ ਸਾਂ। ਰਾਜ ਦੁਆਰੇ ਤੋਂ ਪਰਮੇਸ਼ਰ ਦੇ ਦੁਆਰੇ ਦਾ ਅਰਥ ਹੈ। ਸੋ ਆਪਣੇ ਵੱਲੋਂ ਇਹ ਆਖ ਦੇਣਾ ਕਿ ਰਾਜ ਦੁਆਰ ਭਾਵ ਮੈਂ ਪਰਮੇਸ਼ਰ ਦੇ ਦੁਆਰੇ ਗਿਆ ਸਾਂ। ਵਹੁਟੀ ਵੱਲੋਂ ਘਰ ਦੀਆਂ ਜ਼ਰੂਰੀ ਚੀਜ਼ਾਂ ਮੰਗੇ, ਤਦ ਟਾੜ ਮਟੋਲ ਕਰਕੇ ਦਿਨ ਕਟੀ ਕਰ ਛੱਡਣ। ਇੱਕ ਦਿਨ ਵੱਡਾ ਸਾਂਗ ਵਰਤਿਆ ਕਿ ਉਹ ਭਗਤ ਤਾਂ ਇੱਕ ਮਨ ਹੋ ਕੇ ਪਰਮੇਸ਼ਰ ਨੂੰ ਧਿਆ ਰਿਹਾ ਸੀ, ਪਰ ਉਧਰ ਭਗਤਾਂ ਦੀ ਪੈਜ ਰੱਖਣ ਲਈ, ਭਗਤ ਦੀ ਪੱਤ ਬਚਾਉਣ ਲਈ ਰਾਜਾ ਰੂਪ ਧਾਰ ਕੇ ਪਰਮੇਸ਼ਰ ਉਸ ਭਗਤ ਦੇ ਘਰੇ ਆ ਗਿਆ। ਪ੍ਰਸੰਨ ਹੋ ਕੇ ਦਿਲਾਸਾ ਦਿੱਤਾ ਅਤੇ ਬਹੁਤ ਖਰਚ ਪਹੁੰਚਾ ਦਿੱਤਾ। ਉਥੋਂ ਭਗਤ ਪਾਸ ਆ ਕੇ ਵੱਡੀ ਦਇਆ ਕਰਕੇ ਪਿਆਰ ਕੀਤਾ। ਭਗਤ ਜਨਾਂ ਦਾ ਪਰਮੇਸ਼ਰ ਆਪ ਜੈਕਾਰ ਕਰਦਾ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਜਿਹੜਾ ਸੰਖੇਪ ਰੂਪ ਹਵਾਲਾ ਮਿਲਦਾ ਹੈ, ਉਸ ਤੋਂ ਭਗਤ ਜੀ ਗ੍ਰਸਤੀ ਇਕਾਂਤ ਵਿੱਚ ਭਜਨ ਕਰਨ ਵਾਲੇ ਘਰ ਵਾਲੀ ਵੱਲੋਂ ਘਰ ਦਾ ਨਿਰਵਾਹ ਟੋਰਨ ਲਈ ਮਾਇਆ ਮੰਗਣੀ ਆਦਿਕ ਦਾ ਦ੍ਰਿਸ਼ਟਾਂਤ ਮਿਲਦਾ ਹੈ ਅਤੇ ਜਾਪਦਾ ਹੈ ਕਿ ਗ੍ਰਸਤੀ ਦੇ ਵੱਲੋਂ ਉਪਰਾਮ ਹੋ ਕੇ ਜਦੋਂ ਭਗਤ ਜੀ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਹੋਏ, ਉਧਰ ਭਗਤ ਦੇ ਕਾਰਜ ਸਵਾਰਨ ਵਾਸਤੇ, ਉਸ ਦੇ ਜੀਵਨ ਨਿਰਵਾਹ ਨੂੰ ਸੋਹਣੇ ਰੂਪ ਵਿੱਚ ਚਲਾਉਣ ਵਾਸਤੇ ਪਰਮੇਸ਼ਰ ਨੇ ਰਾਜੇ ਦੇ ਰੂਪ ਵਿੱਚ ਹਾਜ਼ਰ ਹੋ ਕਰਕੇ ਸੋ ਬੇਅੰਤ ਬਖਸ਼ਿਸ਼ਾਂ ਕੀਤੀਆਂ। ਭਗਤ ਜੀ ਦਾ ਜੀਵਨ ਬਿਉਰਾ ਵੀ ਬਹੁਤੇ ਵਿਸਥਾਰ ਵਿੱਚ ਉਪਲਬਧ ਨਹੀਂ। ਇਹਨਾਂ ਦਾ ਪੂਰਾ ਨਾਮ ਸ੍ਰੀ ਬ੍ਰਹਮਬਾਦ ਬੇਣੀ ਜੀ ਸੀ। ਪ੍ਰਚਲਿਤ ਨਾਮ ਸ੍ਰੀ ਬੇਣੀ ਜੀ ਕਰਕੇ ਚੱਲਦਾ ਰਿਹਾ। ਸੰਸਾਰ ਵਿੱਚ ਵਿਚਰਨ ਦਾ ਸਮਾਂ ਕਰੀਬਨ 15ਵੀਂ ਸਦੀ ਦੇ ਦੂਜੇ ਅੱਧ ਤੋਂ 16ਵੀਂ ਸਦੀ ਦੇ ਪਹਿਲੇ ਅੱਧ ਤੱਕ ਮਿਲਦਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਆਪ ਜੀ ਦੇ 3 ਸ਼ਬਦ ਦਰਜ ਹਨ। ਇੱਕ ਸ੍ਰੀ ਰਾਗ ਵਿੱਚ, ਦੂਸਰਾ ਰਾਮਕਲੀ ਰਾਗ ਵਿੱਚ, ਤੀਜਾ ਪ੍ਰਭਾਤੀ ਰਾਗ ਵਿੱਚ। ਭਗਤ ਬੇਣੀ ਜੀ ਵਿਦਵਾਨ ਬ੍ਰਾਹਮਣ ਸਨ। ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਵੇਦ ਸ਼ਾਸਤਰਾਂ ਦੀ ਕਥਾ ਕਰਕੇ ਸੁਣਾਇਆ ਕਰਦੇ ਸਨ। ਜੋ ਪਦਾਰਥ ਮਿਲ ਜਾਣੇ ਉਹਨਾਂ ਨਾਲ ਘਰ ਦਾ ਨਿਰਵਾਹ ਕਰਨਾ। ਇੱਕ ਦਿਨ ਅਚਾਨਕ ਇੱਕ ਮਹਾਤਮਾ ਮਿਲ ਪਏ। ਉਹਨਾਂ ਨੇ ਬੇਣੀ ਜੀ ਨੂੰ ਉਪਦੇਸ਼ ਦਿੱਤਾ ਕਿ ਹੇ ਭਲੇ ਪੁਰਖ, ਜਿਨ੍ਹਾਂ ਮਹਾਨ ਆਤਮਾਵਾਂ ਦੀ ਕਥਾ ਲੋਕਾਂ ਨੂੰ ਸੁਣਾਉਣਾ ਹੈ, ਤੂੰ ਆਪ ਭਗਤੀ ਕਰਕੇ ਉਹਨਾਂ ਵਰਗਾ ਜੀਵਨ ਬਣਾ। ਇਦਾਂ ਹੀ ਕਥਾ ਕਰਦਾ ਹੀ ਕਿਤੇ ਸਾਰੀ ਉਮਰ ਵਿੱਚ ਖਾਲੀ ਨਾ ਤੁਰ ਜਾਈਂ। ਪ੍ਰਭੂ ਭਗਤੀ ਤੋਂ ਬਿਨਾਂ ਕੋਈ ਵੀ ਕਰਮ ਸਫਲ ਨਹੀਂ ਹੁੰਦਾ। ਬੇਣੀ ਜੀ ਦੇ ਮਨ ਤੇ ਉਸ ਮਹਾਤਮਾ ਜਨ ਦੇ ਉਪਦੇਸ਼ ਨੇ ਬਹੁਤ ਡੂੰਘਾ ਅਸਰ ਕੀਤਾ। ਆਪ ਜੀ ਨੇ ਉਸ ਮਹਾਤਮਾ ਨੂੰ ਗੁਰੂ ਧਾਰਨ ਕਰ ਲਿਆ ਤੇ ਉਸ ਦਿਨ ਤੋਂ ਹੀ ਦ੍ਰਿੜ ਨਿਸ਼ਚਾ ਕਰ ਲਿਆ ਕਿ ਪ੍ਰਭੂ ਬੰਦਗੀ ਹੀ ਕਰਨੀ ਹੈ।
ਲੋਕਾਂ ਦੇ ਘਰਾਂ ਵਿੱਚ ਜਾ ਕੇ ਕਥਾ ਕਰਨ ਦੀ ਥਾਂ ਉਹ ਜੰਗਲ ਵਿੱਚ ਇਕਾਂਤ ਵਿੱਚ ਚਲੇ ਜਾਂਦੇ ਅਤੇ ਉੱਥੇ ਇਕਾਂਤ ਵਿੱਚ ਬੈਠ ਕੇ ਪ੍ਰਭੂ ਬੰਦਗੀ ਵਿੱਚ ਲੀਨ ਹੋ ਜਾਂਦੇ। ਪਰ ਇਹ ਗੱਲ ਬੇਣੀ ਜੀ ਨੇ ਆਪਣੇ ਪਰਿਵਾਰ ਨੂੰ ਪ੍ਰਗਟ ਨਹੀਂ ਹੋਣ ਦਿੱਤੀ। ਤਰਕਾਲਾਂ ਨੂੰ ਖਾਲੀ ਹੱਥ ਘਰ ਮੁੜਾਉਂਦੇ ਤੇ ਘਰ ਆ ਕੇ ਆਖ ਦਿੰਦੇ ਕਿ ਮੈਂ ਕੱਲ ਨੂੰ ਕੁਝ ਲਿਆਵਾਂਗਾ, ਪਰ ਜਦੋਂ ਅਗਲਾ ਦਿਨ ਆਉਂਦਾ ਫਿਰ ਇਸੇ ਤਰ੍ਹਾਂ ਆਖ ਕੇ ਦਿਲਾਸਾ ਦੇ ਦਿੰਦੇ। ਕਈ ਦਿਨ ਇਸੇ ਤਰ੍ਹਾਂ ਲੰਘ ਗਏ। ਅਖੀਰ ਘਰ ਵਿੱਚੋਂ ਖਾਣ ਪੀਣ ਦੀ ਸਭ ਸਮੱਗਰੀ ਖਤਮ ਹੋ ਗਈ। ਪਤਨੀ ਨੇ ਭਗਤ ਜੀ ਪਾਸ ਬੇਨਤੀ ਕੀਤੀ ਕਿ ਸੁਆਮੀ ਦੇਵ, ਘਰ ਦਾ ਗੁਜ਼ਾਰਾ ਇੰਜ ਕਿਵੇਂ ਚੱਲੇਗਾ? ਕਈ ਮਹੀਨੇ ਹੋ ਗਏ ਤੁਸੀਂ ਇਹ ਆਖ ਦਿੰਦੇ ਹੋ ਮੈਂ ਕੱਲ ਲਿਆਵਾਂਗਾ, ਮੈਂ ਕੱਲ ਨੂੰ ਪਦਾਰਥ ਲੈ ਕੇ ਆਵਾਂਗਾ। ਬੇਣੀ ਜੀ ਨੇ ਉੱਤਰ ਦਿੱਤਾ ਕਿ ਮੈਂ ਰਾਜੇ ਨੂੰ ਕਥਾ ਸੁਣਾ ਕੇ ਆਇਆ ਹਾਂ। ਉਹ ਆਖਦੇ ਸੀ ਕਿ ਛੇਤੀ ਹੀ ਸਾਰੀ ਸਮੱਗਰੀ ਤੁਹਾਡੇ ਘਰ ਹੀ ਪਹੁੰਚਾ ਦਿਆਂਗੇ। ਇਵੇਂ ਟਾਲ ਮਟੋਲ ਕਰਕੇ ਰਾਤ ਲੰਘਾ ਛੱਡੀ। ਸਵੇਰ ਹੋਇਆ, ਅੰਮ੍ਰਿਤ ਵੇਲੇ ਰੋਜ਼ ਵਾਂਗ ਨਿਤਨੇਮ ਨਾਲ ਜੰਗਲ ਵਿੱਚ ਜਾ ਕੇ ਪ੍ਰਭੂ ਭਗਤੀ ਕਰਨ ਲੱਗ ਪਏ। ਇਸੇ ਤਰ੍ਹਾਂ ਹੋਰ ਦਿਨ ਲੰਘ ਗਏ। ਘਰ ਵਿੱਚ ਹਰ ਰੋਜ਼ ਰਾਜੇ ਦੇ ਆਉਣ ਬਾਬਤ ਪੁੱਛਿਆ ਜਾਂਦਾ ਤੇ ਭਗਤ ਜੀ ਇਹੋ ਉੱਤਰ ਦਿੰਦੇ ਕਿ ਉਹ ਰਾਜਿਆਂ ਦਾ ਵੀ ਮਹਾਨ ਰਾਜਾ ਹੈ, ਇਹ ਉਹਦੀ ਮੌਜ ਹੈ, ਸਮੱਗਰੀ ਪਹੁੰਚਾਵੇਗਾ ਤੇ ਜ਼ਰੂਰ, ਪਰ ਕਦੋਂ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਕਿਉਂਕਿ ਰਾਜਿਆਂ ਦਾ ਆਪਣੀ ਮੌਜ ਹੁੰਦੀ ਹੈ। ਪਤਨੀ ਦੇ ਸਬਰ ਦਾ ਪਿਆਲਾ ਭਰ ਗਿਆ। ਉਹ ਉਡੀਕ ਕੇ ਥੱਕ ਗਈ ਤੇ ਨਿਰਾਸ਼ਾ ਭਰੇ ਸ਼ਬਦਾਂ ਵਿੱਚ ਬੋਲੀ ਕਿ ਤੁਹਾਨੂੰ ਕੋਈ ਭੁਲੇਖਾ ਲੱਗਾ ਲੱਗਦਾ ਹੈ। ਉਹ ਕਿਹੋ ਜਿਹਾ ਹੈ ਰਾਜਾ ਜਿਹੜਾ ਕਥਾ ਤਾਂ ਸੁਣ ਛੱਡਦਾ ਹੈ ਪਰ ਆਪਣੇ ਕਥਾ ਸੁਣਾਉਣ ਵਾਲੇ ਨੂੰ ਖਾਣ ਨੂੰ ਕੁਝ ਦਿੰਦਾ ਹੀ ਨਹੀਂ। ਉਪਰੋਕਤ ਸ਼ਬਦਾਂ ਨੇ ਬੇਣੀ ਭਗਤ ਜੀ ਦੇ ਸਿੱਧਕ ਭਰੋਸੇ ਵਿੱਚ ਵੀ ਕੋਈ ਫਰਕ ਨਾ ਪੈਣ ਦਿੱਤਾ। ਉਹ ਪਹਿਲਾਂ ਵਾਂਗੂ ਤੜਕੇ ਉੱਠ ਜੰਗਲ ਵਿੱਚ ਪੁੱਜ ਕੇ ਪ੍ਰਭੂ ਜੀ ਦੇ ਚਰਨਾਂ ਕਮਲਾਂ ਵਿੱਚ ਮਨ ਜੋੜ ਕੇ ਪ੍ਰੇਮਾ ਭਗਤੀ ਵਿੱਚ ਮਗਨ ਹੋ ਗਏ। ਇਸ ਇਮਤਿਹਾਨ ਵਿੱਚ ਪ੍ਰਭੂ ਜੀ ਨੇ ਆਪਣੇ ਭਗਤ ਦੀ ਦ੍ਰਿੜਤਾ ਨੂੰ ਸੱਤਾ ਆਪ ਬਖਸ਼ੀ, ਉਸ ਨੂੰ ਡੋਲਣ ਨਾ ਦਿੱਤਾ। ਆਪਣੀ ਰਹਿਮਤ ਨਾਲ ਪ੍ਰਭੂ ਜੀ ਨੇ ਅਟਲ ਨਿਸ਼ਚਾ ਬੇਣੀ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਬੇਣੀ ਜੀ ਨੂੰ ਤਾਂ ਕੇਵਲ ਲਾਲਸਾ ਜੇ ਸੀ ਤਾਂ ਦਰਸ਼ਨਾਂ ਦੀ ਲਾਲਸਾ ਸੀ, ਪਰ ਭਗਤ ਜੀ ਦੀ ਪਤਨੀ ਦੁਨਿਆਵੀ ਪਦਾਰਥਾਂ ਨਾਲ ਤ੍ਰਿਪਤ ਹੋਣਾ ਚਾਹੁੰਦੀ ਸੀ। ਅਗਲੇਰੇ ਦਿਨ ਭਗਤ ਵਸ਼ਲ ਦੀਨਾਨਾਥ ਪਰਮੇਸ਼ਰ ਜੀ ਰਾਜੇ ਦਾ ਰੂਪ ਧਾਰਨ ਕਰ ਗਏ ਅਤੇ ਬੇਣੀ ਦੇ ਘਰ ਆਪ ਪੁੱਜੇ। ਅੰਨ ਧਨ ਦੇ ਭਰੇ ਗੱਡੇ ਅਨੇਕਾਂ ਸੇਵਕ ਨਾਲ ਲੈ ਕੇ ਉੱਥੇ ਪਹੁੰਚ ਗਏ। ਨੌਕਰਾਂ ਨੇ ਰਾਜੇ ਦੇ ਰੂਪ ਵਿੱਚ ਜੋ ਪ੍ਰਭੂ ਜੀ ਨਾਲ ਸਨ ਉਹਨਾਂ ਦਾ ਹੁਕਮ ਮੰਨ ਕੇ ਭਗਤ ਬੇਣੀ ਜੀ ਦਾ ਘਰ ਸਾਰੇ ਪਦਾਰਥਾਂ ਨਾਲ ਭਰ ਦਿੱਤਾ। ਪਦਾਰਥਾਂ ਦੇ ਬੇਅੰਤ ਢੇਰ ਲਾ ਦਿੱਤੇ। ਪ੍ਰਭੂ ਜੀ ਨੇ ਆਖਿਆ ਕਿ ਬੇਣੀ ਜੀ ਦੀ ਇੱਕ ਦਿਨ ਦੀ ਕਥਾ ਸੁਣਾਉਣ ਦਾ ਇਹ ਸਿੱਧਾ ਹੈ, ਇਸ ਨਾਲੋਂ ਵੀ 10 ਗੁਣਾ ਸਿੱਧਾ ਹੋਰ ਪਹੁੰਚਾਵਾਂਗੇ। ਭਗਤ ਜੀ ਦੀ ਪਤਨੀ ਸਮਾਨ ਦੀ ਸਾਂਭ ਸੰਭਾਲ ਵਿੱਚ ਰੁੱਝ ਗਈ, ਪਰ ਉਹ ਦਿਲੋਂ ਰਾਜਿਆਂ ਦੇ ਰਾਜੇ ਪ੍ਰਭੂ ਜੀ ਦਾ ਹਜ਼ਾਰ ਹਜ਼ਾਰ ਸ਼ੁਕਰ ਕਰ ਰਹੀ ਸੀ। ਸਭ ਸਮੱਗਰੀ ਪਹੁੰਚਾ ਕੇ ਪ੍ਰਭੂ ਜੀ ਜੰਗਲ ਵਿੱਚ ਪੁੱਜੇ ਤੇ ਉਧਰ ਬੰਦਗੀ ਵਿੱਚ ਲੀਨ ਭਗਤ ਬੇਣੀ ਜੀ ਨੂੰ ਪ੍ਰਤੱਖ ਦਰਸ਼ਨ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਗਲ ਨਾਲ ਲਾ ਕੇ ਅਨੇਕਾਂ ਰਹਿਮਤਾਂ ਬਖਸ਼ੀਆਂ। ਭਗਤ ਬੇਣੀ ਜੀ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਪ੍ਰਭੂ ਜੀ ਨੇ ਕਰ ਦਿੱਤਾ। ਭਗਤੀ ਰੰਗ ਵਿੱਚ, ਮਸਤੀ ਵਿੱਚ, ਰਸ ਵਿੱਚ ਮਤਵਾਲੇ ਹੋਏ ਬੇਣੀ ਜੀ ਰਾਤ ਨੂੰ ਘਰ ਪੁੱਜੇ। ਉਧਰ ਬੇਣੀ ਜੀ ਦਾ ਘਰ ਅੰਨ ਧਨ ਨਾਲ ਭਰਪੂਰ ਸੀ। ਮਨ ਪਹਿਲਾਂ ਨਾਲੋਂ ਹੋਰ ਵੀ ਵਧੇਰੇ ਰਾਮ ਰੰਗ ਵਿੱਚ ਮਗਨ ਹੋ ਗਿਆ। ਪ੍ਰਭੂ ਦਰਸ਼ਨਾਂ ਨੇ ਭਗਤ ਜੀ ਨੂੰ ਪਰਮ ਪਦਵੀ ਦੀ ਉੱਚ ਅਵਸਥਾ ਵਿੱਚ ਪਹੁੰਚਾ ਦਿੱਤਾ। ਤ੍ਰੈਗੁਣੀ ਮਾਇਆ ਦੇ ਬੰਧਨਾਂ ਤੋਂ ਉੱਪਰ ਮਨ ਸਹਿਜ ਅਵਸਥਾ ਵਿੱਚ ਪਹੁੰਚ ਗਿਆ। ਹੇ ਮੇਰੀ ਆਤਮਾ, ਵੇਖ, ਜਿਨ੍ਹਾਂ ਪੁਰਸ਼ਾਂ ਨੇ ਵੀ ਸੱਚੇ ਦਿਲੋਂ ਪਰਮੇਸ਼ਰ ਜੀ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਪ੍ਰੀਤ ਕੀਤੀ, ਉਹਨਾਂ ਦਾ ਕੋਈ ਕੰਮ ਵੀ ਅਧੂਰਾ ਨਾ ਰਿਹਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1192 ਉੱਪਰ ਅੰਕਿਤ ਹੈ ਕਿ ਜਿਨ ਜਿਨ ਸੇਵਿਆ ਅੰਤ ਬਾਰ, ਰੇ ਮਨ ਸੇਵ ਤੂੰ ਪਰੈ ਪਾਰ। ਹੇ ਮੇਰੇ ਮਨ, ਤੂੰ ਵੀ ਪੰਚਮ ਗੁਰਦੇਵ ਜੀ ਦਾ ਹੁਕਮ ਮੰਨ ਕੇ ਦਾਸਾ ਭਾਵ ਧਾਰ ਕੇ ਅੰਤਰਜਾਮੀ ਜੀ ਦੇ ਪਦ ਪੰਕਜਾਂ ਵਿੱਚ ਬੇਨਤੀਆਂ ਕਰ, ਧਿਆਨ ਕਰਕੇ ਅੱਠੇ ਪਹਿਰ ਵਾਹਿਗੁਰੂ ਜੀ ਦਾ ਸਿਮਰਨ ਕਰ। ਤੈਨੂੰ ਵੀ ਬੇਣੀ ਜੀ ਵਾਂਗੂ ਨਾ ਤਾਂ ਦੁਨਿਆਵੀ ਪਦਾਰਥਾਂ ਦੀ ਕੋਈ ਘਾਟ ਰਵੇਗੀ ਅਤੇ ਨਾਲ ਹੀ ਪਰਮੇਸ਼ਰ ਜੀ ਦੇ ਦਰਸ਼ਨ ਦਿਦਾਰਿਆਂ ਦੀ ਰਹਿਮਤ ਤੇਰੀ ਝੋਲੀ ਪਏਗੀ, ਜਿਸ ਨਾਲ ਤੇਰਾ ਲੋਕ ਤੇ ਪਰਲੋਕ ਦੋਵੇਂ ਹੀ ਸਵਰ ਜਾਣਗੇ।